ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਡੇਲੀ ਪੋਸਟ ਪੰਜਾਬੀ ਤੁਹਾਨੂੰ ਲਗਾਤਾਰ ਤਿੰਨੋਂ ਮੋਰਚਿਆਂ ਦੇ ਉੱਤੇ ਹਰ ਪਲ ਦੀ ਅਪਡੇਟ ਵੀ ਦੇ ਰਿਹਾ ਤੇ ਨਾਲੋਂ ਨਾਲ ਇਹਨਾਂ ਮੋਰਚਿਆਂ ਤੇ ਜੋ ਵੀ ਸ਼ਖਸੀਅਤਾਂ ਆਉਂਦੀਆਂ ਨੇ, ਕਿਸਾਨਾਂ ਨੂੰ ਸੰਬੋਧਨ ਕਰਨ ਆਉਂਦੀਆਂ ਨੇ ਜਾਂ ਕਿਸਾਨ ਮੋਰਚਿਆਂ ਦੇ ਵਿੱਚ ਕਿਸਾਨਾਂ ਨੂੰ ਦਾ ਹਾਲ ਚਾਲ ਜਾਣਨ ਆਉਂਦੀਆਂ ਨੇ, ਉਹਨਾਂ ਨਾਲ ਵੀ ਰੂਬਰੂ ਕਰਾਉਂਦਾ ਰਹਿੰਦਾ ਹੈ। ਸਾਡੇ ਨਾਲ ਸਵਾਮੀ ਹਰਸਾਨੰਦ ਜੀ ਮੌਜੂਦ ਨੇ, ਜੋ ਹਿੰਦੂ ਸਮਾਜ ਦੇ ਯੋਗ ਗੁਰੂ ਵੀ ਨੇ ਔਰ ਬਹੁਤ ਸਾਰਾ ਗਿਆਨ ਇਹਨਾਂ ਕੋਲ ਹੈ ਤੇ ਅਸੀਂ ਇਹਨਾਂ ਨਾਲ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਵਾਵਾਂਗੇ। ਉਸ ਦੇ ਸੰਬੰਧ ਸਵਾਲ ਸਵਾਮੀ ਹਰਸਾਨੰਦ ਜੀ, आपका स्वागत है। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸਵਾਮੀ ਜੀ, ਸਿੱਧੇ ਜਿਹੇ ਸਵਾਲ ਨੇ ਕਿ ਭਾਰਤ ਜਿਹੜਾ ਉਹ ਭਗਵਾਨ ਰਾਮ ਦਾ ਦੇਸ਼ ਕਿਹਾ ਜਾਂਦਾ ਹੈ। ਮੈਂ ਵੀ ਹਿੰਦੂ ਹੀ ਹਾਂ, ਆਪ ਵੀ ਹਿੰਦੂ ਸਮਾਜ ਨੂੰ ਬਿਲੋਂਗ ਕਰਦੇ ਹੋ। ਕੀ ਅਸੀਂ ਰਾਮ ਰਾਜ ਦੇ ਵਿੱਚ ਰਹਿ ਰਹੇ ਹਾਂ? ਉਹੀ ਤਾਂ ਸ਼ੁਰੂ ਕਰਨਾ ਹੈ ਰਾਮ ਰਾਜ। ਤੇ ਇਹ ਤਾਂ ਸਦੀਆਂ ਤੋਂ ਟਾਰਗੇਟ ਰਿਹਾ, ਪਰ ਕਿੰਨਾ ਚੀਜ਼ਾਂ ਦੇਖੋ, ਟਾਰਗੇਟ ਤਾਂ 1857 ਚ ਆਜ਼ਾਦੀ ਦਾ ਅੰਦੋਲਨ ਸ਼ੁਰੂ ਹੋਇਆ। 1947 ਰਾਮ ਰਾਜ 'ਚ ਰਹਿ ਰਹੇ ਹਾਂ ਅਸੀਂ। 1947 ਦੇਸ਼ ਆਜ਼ਾਦ ਹੋਇਆ। ਨਵੇਂ ਸਾਲ ਅਸੰਖ ਧਰਮ ਯੋਧਾਵਾਂ ਨੇ ਆਪਣੇ ਖੂਨ ਨਾਲ ਸੀਂਚਿਆ ਇਸ ਨੂੰ। ਉਹ ਬੜਾ ਸੁਪਨਾ ਸੀ ਉਹਨਾਂ ਦਾ ਕਿ ਭਾਰਤ ਸੁਤੰਤਰ ਦੇਸ਼ ਬਣੇਗਾ, ਆਜ਼ਾਦ ਬਣੇਗਾ। ਆਜ਼ਾਦ ਹੋ ਗਿਆ। ਅੱਜ ਵੇਖੋ, ਅੱਜ 2021 ਚ ਕਹਿ ਰਿਹਾ ਮੈਂ, 27% ਬੱਚੇ ਪੂਰਨਿਮਾ ਦੇ ਖਿਲਦੇ ਹੋਏ ਚਾਂਦ ਦੇ ਅੰਦਰ ਚਾਵਲ ਦੀ ਰੋਟੀਆਂ ਖੋਜ ਰਹੇ ਹਨ। ਉਹਨਾਂ ਨੂੰ ਆਜ਼ਾਦੀ ਦੀ ਕਿਰਨਾਂ ਦਾ ਇੰਤਜ਼ਾਰ ਹੈ। ਕਿੱਥੇ ਆਜ਼ਾਦੀ ਜੀ? ਉਹ ਵੀਰ, ਅਸੀਂ ਪੇੜ ਨੂੰ ਹਰਾ ਭਰਾ ਰੱਖਣਾ ਹੈ ਤਾਂ ਪਾਣੀ ਕਿੱਥੇ ਉਸ 'ਤੇ ਸੱਟਣਾ ਪਏਗਾ? ਜੜ੍ਹਾਂ 'ਚ ਜਾਂ ਪੱਤੀਆਂ 'ਤੇ? ਕਿੱਥੇ ਸੱਟਣਾ ਪਏਗਾ? ਸਾਡੇ ਜੜ੍ਹਾਂ 'ਤੇ ਨਾ। ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ 30 ਹਜ਼ਾਰ ਕਰੋੜ ਰੁਪਈਆ ਉੱਚੀਆਂ ਮੂਰਤੀਆਂ ਤੇ ਖਰਚ ਰਹੀਆਂ ਨੇ ਤੇ ਅਸੀਂ ਇੱਕ ਬਹੁਤ ਬੇਸ਼ਕੀਮਤੀ ਭਗਵਾਨ ਰਾਮ ਜੀ ਦਾ ਮੰਦਿਰ ਵੀ ਬਣਾ ਰਹੇ ਹਾਂ ਤੇ ਪਰ ਸਾਡਾ ਜਿਹੜਾ ਅੰਨਦਾਤਾ ਹੈ, ਜਿਹੜਾ ਦੇਸ਼ ਨੂੰ ਆਨੰਦ ਹੈ, ਉਹ ਸੜਕਾਂ 'ਤੇ ਬੈਠਾ ਰੋ ਰਿਹਾ ਹੈ। ਇਹ ਰਾਮ ਰਾਜ ਹੈ ਜੀ? ਇਹਦਾ ਦੋਸ਼ੀ ਕੌਣ ਹੈ? ਦੋਸ਼ੀ ਕੌਣ? ਮੈਂ ਉਹੀ ਜਾਣਨਾ ਚਾਹੁੰਦਾ। ਅਸੀਂ ਸਾਡੇ ਵੋਟ ਤੋਂ ਸਾਰੀ ਪਾਵਰ ਅੱਤੀ ਡੈਲੀਗੇਟ ਕੀਤੀ ਹੈ। ਸਾਡੇ ਹੱਥੋਂ ਗਲਤ ਚੀਜ਼ਾਂ ਗਈਆਂ, ਤੁਸੀਂ ਬਬੂਲ ਦੇ ਪੇੜ ਤੇ ਅੰਬ ਲੈ ਆਓਗੇ? ਪਰਮਾਤਮਾ ਕੀ ਕਹਿੰਦਾ ਹੈ? ਆਪਣੇ ਵਿਵੇਕ ਦਾ ਇਸਤੇਮਾਲ ਕਰੋ, ਸਹੀ ਚੀਜ਼ਾਂ ਨੂੰ ਅੱਗੇ ਪ੍ਰਮੋਟ ਕਰੋ, ਮੈਂ ਤੁਹਾਨੂੰ ਬਖਸ਼ੀਸ਼ ਕਰਾਂਗਾ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ ਹੈ? ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ ਹੈ? ਗੁਰੂ ਮਾਨਿਓ ਗ੍ਰੰਥ। ਉਹਨਾਂ ਨੂੰ ਪਤਾ ਸੀ ਇਹ 33 ਕਰੋੜ ਦੇਵੀ ਦੇਵਤਾ ਪ੍ਰਗਟ ਕਰ ਦੇਣੇ ਨੇ ਇਹਨਾਂ ਨੇ, ਇਹ ਸਾਰੇ ਵੱਖਰੇ ਹੋ ਜਾਣੇ। ਕਹੇਗਾ ਮੈਂ ਵੱਡਾ, ਉਹ ਕਹਿੰਦਾ ਮੈਂ ਵੱਡਾ। ਉਹਨੇ ਨਾ, ਕੋਈ ਵੱਡਾ ਨਹੀਂ, ਗੁਰੂ ਮਾਨਿਓ ਗ੍ਰੰਥ। ਤੁਸੀਂ ਸਭ ਸੇਵਾਦਾਰ ਹੋ, ਗੁਰੂ ਕੋਈ ਨਹੀਂ ਬਣੇਗਾ। 10ਵੀਂ ਪਾਤਸ਼ਾਹੀ ਨੇ ਪਹਿਚਾਣ ਲਿਆ ਸੀ ਨਾ। ਸਵਾਮੀ ਜੀ, ਅਸੀਂ ਜਿਹੜੇ ਆਮ ਵੋਟਰ ਆ, ਹੈ ਨਾ, ਉਹ ਆਮ ਲੋਕਾਂ ਨੂੰ, ਨੇਤਾਵਾਂ ਨੂੰ ਜਾਗਟਾਂ 'ਚ ਪਹਿਚਾਨਣ ਤੋਂ ਕਈ ਵਾਰੀ ਅਸਮਰੱਥ ਹੋ ਜਾਂਦੇ ਆ। ਠੀਕ ਹੈ, ਪਰ ਜਦੋਂ ਇੱਕ ਲਿਬਾਸ ਸਾਡੇ ਸਾਹਮਣੇ ਹੁੰਦਾ ਹੈ, ਸਾਡੇ ਅੱਜ ਦੇ ਨੇਤਾਵਾਂ ਦੀ ਅਸੀਂ ਗੱਲ ਕਰੀਏ, ਹੈ ਨਾ, ਤੁਸੀਂ ਵੀ ਭਗਵਾ ਪਾਇਆ ਹੋਇਆ, ਆਪਣੇ ਆਪ ਨੂੰ ਸਮਰਪਿਤ ਕੀਤਾ ਹੋਇਆ ਯੋਗਾ ਨੂੰ, ਹੈ ਨਾ। ਅਗਰ ਤੁਸੀਂ ਸਾਡੇ ਸਾਹਮਣੇ ਆਓਗੇ, ਵੋਟ ਲੈਣ ਆਓਗੇ, ਤਾਂ ਸਾਡੀ ਆਪਣੇ ਆਪ ਹੀ ਇੱਕ ਭਾਵਨਾਵਾਂ ਜੁੜ ਜਾਣਗੀਆਂ ਵੀ ਯਾਰ ਇਹ ਧਾਰਮਿਕ ਬੰਦਾ ਹੈ, ਇਹ ਸਾਡੇ ਨਾਲ ਕਿੱਥੋਂ ਛਲ ਕਰ ਲੂਗਾ, ਕਿੱਥੋਂ ਧੋਖਾ ਕਰ ਲੂਗਾ, ਫਿਰ ਕੀ ਕਰੇਗਾ ਬੰਦਾ? ਫਿਰ ਕੀ ਕਰੇ? ਤੁਸੀਂ ਕਿਹਾ ਵੀ ਵੋਟ ਤੁਹਾਡੇ ਹੱਥ 'ਚ ਹੁੰਦੀ ਹੈ, ਤੁਸੀਂ ਆਪ ਗਲਤੀ ਕਰਦੇ ਹੋ, ਤਾਂ ਉੱਥੇ ਅਸੀਂ ਕੀ ਕਰੀਏ? ਰੀਅਲ ਲਾਈਫ ਔਰ ਰੀਅਲ ਲਾਈਫ ਦੇ ਅੰਤਰ ਨੂੰ ਤੁਹਾਨੂੰ ਸਮਝਣਾ ਪਏਗਾ। ਇਹ ਰੀਅਲ ਲਾਈਫ ਦੀ ਗੱਲ ਕਰ ਰਹੇ ਹਾਂ। ਮੁੱਖ ਮੰਤਰੀ ਵੀ ਨੇ ਆਪਣੇ ਅਜੀਤ ਜੋਗੀ ਜੀ ਨੇ, ਉਹਨਾਂ ਦੇ ਰਾਜ 'ਚ ਵੀ ਕਿਸਾਨ ਬੈਠੇ ਹੋਏ ਨੇ, ਉਹ ਕਦੀ ਆ ਕੇ ਕਿਸਾਨਾਂ ਨੂੰ ਮਿਲੇ ਨਹੀਂ ਵੀ ਚਲੋ ਦੱਸੋ ਮੈਨੂੰ ਦੁੱਖ ਦੱਸੋ, ਮੈਂ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ, ਮੈਂ ਪ੍ਰਧਾਨ ਮੰਤਰੀ ਨੂੰ ਕਹੂੰਗਾ। ਇਸ ਤਰ੍ਹਾਂ ਕਦੀ ਹੋਇਆ ਨਹੀਂ। ਦੇਖੋ, ਹੁਣ ਪਹਿਲੇ ਤਾਂ ਤੁਹਾਨੂੰ ਧਰਮ ਦੀ ਵਿਆਖਿਆ ਸਮਝਣੀ ਪਏਗੀ। ਨਮਕ ਮੈਨੂੰ ਇਸ ਚੀਜ਼ ਦਾ ਜਵਾਬ ਦੇ ਦਿਓ ਪਹਿਲਾਂ। ਮੈਂ ਸਿੱਧਾ ਇਹਦਾ ਜਵਾਬ ਦੇ ਰਿਹਾ। ਨਮਕ ਖਾਰਾ ਹੈ, ਸ਼ੱਕਰ ਮਿੱਠੀ ਹੈ, ਨੀਮ ਕੜਵਾ ਹੈ। ਸਮਾਜਿਕ ਵਿਵਸਥਾ ਧਰਮ ਕੀ ਹੈ? ਪਹਿਲੇ ਤਾਂ ਇਹ ਸਮਝੋ। ਸੈਨਿਕ ਹੈ, ਉਹਦਾ ਧਰਮ ਹੈ ਰਾਸ਼ਟਰ ਦੀ ਸੁਰੱਖਿਆ। ਵਿਵਸਾਈ ਦਾ ਧਰਮ ਹੈ ਉਦਯੋਗ ਦੀ ਉન્નਤੀ। शिक्षक का धर्म है समाज का निर्माण। साधु का धर्म है समाज की सोई चेतना जागृत करना। हुण साधु होना और दिखना दोनों अलग चीज़ां ने। पहली गल सुनो, मतलब है नहीं ना मैं किसी के बारे क्यों किया, मैं तो अपनी गल कर रहा। नहीं, मैं भी साडे अखां दा धोखे दी गल कर रहा भी लोग किवें धोखा खा जांदे ने, क्योंकि हुण ਉਹ मतलब जोधपुरी कोटां ते तां लोकां दा विश्वास पहले ही उठदा जांदा है। हुण एक लिबास ते मतलब भरोसा हुंदा है ते ਉਹ भी जिवें हुण लगदा भी हुण ਉਹ किते भरोसा करन। देखो, सोना और पित्तल दोनों का कलर एक है ना, है पर तो ਹੁਣ ਪਾਰਕੀ ਨਜ਼ਰ ਤਾਂ ਤੁਹਾਡੀ ਚਾਹੀਦੀ ਹੈ ਨਾ। ਜ਼ੋਰ ਹੀ ਪਕੜ ਸਕਦਾ ਹੈ ਕਿ ਹੀਰਾ ਹੈ। ਦੇਖੋ, ਇਹ ਮਿੱਟੀ ਦੇ ਅੰਦਰ ਤੁਸੀਂ ਸਬਜ਼ੀ ਮੰਡੀ ਦੇ ਅੰਦਰ ਹੀਰਾ ਚਾ ਕੇ ਬੈਠੋਗੇ, ਕੀ ਹੋਏਗਾ ਉੱਥੇ? ਉਹ ਸੂਰ ਜਿਹੜੇ ਹੋਣ ਰੋਣ ਦੇਣਗੇ ਉਹਨੂੰ। ਉਹ ਅਗਰ ਜੋਰੀ ਦੀ ਦੁਕਾਨ ਤੇ ਪੈਗਾ ਤਾਂ ਅਰਬਾਂ ਖਰਬਾਂ ਉਹਦੀ ਕੀਮਤ ਹੋ ਜਾਏਗੀ। ਜਾਗਰੂਕਤਾ ਕਿੱਥੋਂ ਲੈ ਕੇ ਆਵਾਂਗੇ? ਮੈਨੂੰ ਜਾਗਰੂਕਤਾ ਗਿਆਨ ਨਾਲ ਆਉਂਦੀ ਹੈ ਨਾ ਜੀ। ਗਿਆਨ ਸਕੂਲਾਂ 'ਚੋਂ ਸ਼ੁਰੂ ਹੁੰਦਾ ਹੈ, ਐਜੂਕੇਸ਼ਨ ਸੰਸਥਾਵਾਂ ਤੋਂ ਸ਼ੁਰੂ ਹੁੰਦਾ। ਉਹ ਸਾਡੀਆਂ ਵਿਕ ਚੁੱਕੀਆਂ ਨੇ, ਪ੍ਰਾਈਵੇਟ ਸੈਕਟਰ ਜਾ ਚੁੱਕੀਆਂ ਨੇ। ਜੇ ਮੇਰੇ ਕੋਲ ਮੇਰੀ 15-20 ਹਜ਼ਾਰ ਰੁਪਇਆ ਤਨਖਾਹ ਹੈ, ਮੇਰੇ ਕੋਲ ਬੱਚਾ ਚੰਗੇ ਸਕੂਲ 'ਚ ਪੜ੍ਹਾਉਣ ਦੀ ਮੇਰੀ ਔਕਾਤ ਨਹੀਂ ਹੈ, ਤਾਂ ਮੇਰਾ ਬੱਚਾ ਪਿੱਛੇ ਰਹਿ ਜਾਊਗਾ। ਠੀਕ ਹੈ, ਇੱਕ ਵੱਡੇ ਸਕੂਲ 'ਚ ਉਹੀ ਪੜ੍ਹੂਗਾ। ਸਰਕਾਰੀ ਸਕੂਲ ਬੰਦ ਕੀਤੇ ਜਾ ਰਹੇ ਨੇ, ਪ੍ਰਾਈਵੇਟ ਸੈਕਟਰ ਕੀਤਾ ਜਾ ਰਿਹਾ ਹੈ ਤੇ ਉਹ ਤਾਂ ਪਹਿਲਾਂ ਹੀ ਹੋ ਰਿਹਾ ਸਾਰਾ ਕੁਝ ਵੀ ਇਹਨਾਂ ਨੂੰ ਗਿਆਨ ਮਿਲ ਹੀ ਨਾ ਜਾਵੇ, ਆਪਦੇ ਹੱਕਾਂ ਪ੍ਰਤੀ ਜਾਗਰਤ ਹੋ ਜਾਣਗੇ। ਇਹਦਾ ਸਾਰਾ ਦਾ ਦੋਸ਼ੀ ਮੈਂ ਆਪਣੇ ਆਪ ਨੂੰ ਮੰਨਦਾ। ਸਾਰਾ ਤੋਂ ਵੱਡਾ ਦੋਸ਼ ਸਾਧੂ ਸਮਾਜ ਦਾ ਹੈ। ਸਾਧੂ ਦਾ ਧਰਮ ਹੈ ਸਮਾਜ ਦੀ ਸੋਈ ਚੇਤਨਾ ਨੂੰ ਜਗਾਉਣਾ। ਇਹ ਦੇਖੋ, ਅਸੀਂ ਸੈਫਰੋਨ ਕਲਰ ਪਾਇਆ,
ਇਹ ਸੂਰਜ ਦੀ ਪਹਿਲੀ ਔਰ ਅੰਤਿਮ ਕਿਰਨਾਂ ਨੇ, ਇਹ ਜਗਤ ਨੂੰ ਪ੍ਰਕਾਸ਼ਿਤ ਕਰਦਾ ਔਰ ਨਾਲ ਥੋੜਾ ਟਾਈਮ ਦੱਸਦਾ ਹੈ। ਇਹ ਕਹਿੰਦਾ ਕਿ ਭਾਈ ਦੇਖੋ ਤੁਹਾਨੂੰ ਥੋੜਾ ਟਾਈਮ ਮਿਲਿਆ ਇਸ ਧਰਤੀ ਤੇ, ਤੁਸੀਂ ਤੇ ਯੁਗਾ ਤੱਕ ਨਹੀਂ ਰਹਿਣਾ ਹੈ। ਇਹ ਗੁਲਜ਼ਾਰ ਕਰਨ ਦੀ ਤੁਹਾਡੀ ਜ਼ਿੰਮੇਵਾਰੀ ਹੈ। ਹੁਣ ਦੇਖੋ ਅਗਰ ਅਸੀਂ ਸੱਚੇ ਤਰੀਕੇ ਨਾਲ ਸੋਚੀਏ ਤਾਂ ਭਾਰਤ ਦੇ ਅੰਦਰ ਹੁਣ ਲੋਕਤੰਤਰ ਸ਼ੁਰੂ ਹੋਏਗਾ। ਇਹ ਜਿਹੜਾ ਕਿਸਾਨ ਹੈ ਨਾ, ਇਹ ਧਰਤੀ ਪੁੱਤਰ ਹੈ। ਇਸ ਤੋਂ ਜ਼ਿਆਦਾ ਪਵਿੱਤਰਤਾ ਕਿਸੇ ਹੋਰ ਕੋਲ ਨਹੀਂ ਹੈ। ਇਹ ਕੋਈ ਮਿਲਾਵਟ ਨਹੀਂ ਕਰ ਸਕਦਾ, ਕਿਉਂਕਿ ਧਰਤੀ ਮਾਂ ਜਿਹੜੀ ਹੈ ਇਹ 5 ਐਲੀਮੈਂਟ ਦਾ ਸਾਰਾ ਤੋਂ ਮਹੱਤਵਪੂਰਨ ਕਾਰਕ ਹੈ। ਜਲ, ਪ੍ਰithvi, ਆਕਾਸ਼, ਵਾਯੂ, ਅਗਨੀ, ਇਹਨਾਂ ਦਾ ਸਾਰਾ ਦਾ ਜਿਹੜਾ ਮੇਲ ਹੈ ਉਹ ਸਾਰੇ ਮੇਲ ਨੂੰ ਆਪਣੇ ਅੰਦਰ ਉਤਾਰਦੀ ਹੈ ਧਰਤੀ ਮਾਂ, ਤਾਂ ਫਸਲਾਂ ਨੂੰ ਪੈਦਾ ਕਰਦੀ ਹੈ। ਤਾਂ ਉਹਨਾਂ ਨਾਲ ਜੁੜਦਾ ਕਿਸਾਨ ਹੈ। ਠੀਕ ਹੈ, ਤਾਂ ਹੁਣ ਕਿਸਾਨ ਇਹ ਭਾਰਤ ਮਾਤਾ ਦਾ ਝੰਡਾ ਚੁੱਕ ਕੇ ਖੜਿਆ। ਸਵਾਮੀ ਜੀ, ਮੇਰੇ ਸਵਾਲ ਇਹ ਇਸ ਕਰਕੇ ਨੇ, ਤੁਹਾਨੂੰ ਕਿਸੇ ਹੋਰ ਸਵਾਮੀ ਨੂੰ ਸ਼ਾਇਦ ਮੈਂ ਨਾ ਕਰਦਾ, ਕਿਉਂਕਿ ਤੁਸੀਂ ਇਸ ਅੰਦੋਲਨ ਨਾਲ ਸ਼ੁਰੂ ਤੋਂ ਜੁੜਿਆ ਮੈਂ ਤੁਹਾਨੂੰ ਦੇਖਿਆ। ਸਿੰਘੂ ਬਾਰਡਰ ਵੀ ਗਏ ਹੋ, ਟਿਕਰੀ ਬਾਰਡਰ ਵੀ ਗਏ ਹੋ, ਤੇ ਅੱਜ ਆਪਾਂ ਗਾਜੀਪੁਰ ਬਾਰਡਰ ਮਿਲ ਰਹੇ ਹਾਂ, ਹੈ ਨਾ। ਤੇ ਮੈਂ ਤੁਹਾਡੇ ਜਵਾਬ ਵੀ ਸੁਣੇ ਨੇ, ਤੁਸੀਂ ਨੇਤਾਵਾਂ ਨੂੰ ਵੀ ਚੰਗੀ ਤਰ੍ਹਾਂ ਮਤਲਬ ਆਪਦੇ ਉਸ ਦੇ ਵਿੱਚ ਕੋਸਿਆ। ਮੇਰੇ ਸਵਾਲ ਉੱਥੋਂ ਹੀ ਨਿਕਲੇ ਨੇ, ਠੀਕ ਹੈ, ਜੋ ਤੁਸੀਂ ਪਹਿਲਾਂ ਕਿਹਾ ਹੈ। ਤੇ ਮੈਂ ਉਹੀ ਕਹਿ ਰਿਹਾ ਵੀ ਤੁਸੀਂ ਕਿਸਾਨ ਅੰਦੋਲਨ ਨੂੰ ਬਹੁਤ ਨੇੜੇ ਦੇਖਿਆ। ਦੇਖੋ ਬਿਨਾਂ ਸ਼ੱਕ ਇਹ ਇਤਿਹਾਸਕ ਅੰਦੋਲਨ ਹੈ। ਬਾਕੀ ਸਾਰੀਆਂ ਚੀਜ਼ਾਂ ਦੇ ਇਕੱਠ ਦੇ ਮਾਮਲੇ 'ਚ ਕਹਿ ਲਓ, ਇਹ ਇਤਿਹਾਸ ਸਿਰ ਦਿੱਤਾ ਗਿਆ ਵੀ ਰਿਕਾਰਡ ਹੈ, ਅਜੇ ਤੱਕ ਇਸ ਤਰ੍ਹਾਂ ਦਾ ਅੰਦੋਲਨ ਨਹੀਂ ਹੋਇਆ। ਠੀਕ ਹੈ, ਸਿਰਫ ਇੱਕ ਆਪਾਂ 1906 ਦੇ ਜਿਹੜਾ ਅੰਦੋਲਨ ਸੀਗਾ ਪਗੜੀ ਸੰਭਾਲ ਜੱਟਾ, ਉਹਨੂੰ ਛੱਡ ਲਈਏ, ਉਹ ਲੈਂਥ ਦੇ ਵਿੱਚ ਜ਼ਿਆਦਾ ਲੰਬਾ ਸੀ, 9 ਮਹੀਨੇ ਲੰਬਾ ਰਿਹਾ। ਜਾਂ ਜਿੱਤ ਦੇ ਵਿੱਚ ਅਜੇ ਵੱਡਾ, ਕਿਉਂਕਿ ਉਦੋਂ ਉਹ ਬਿੱਲ ਵਾਪਸ ਲੈ ਲਏ ਗਏ ਸੀ। ਤੇ ਇਹ ਅੰਦੋਲਨ ਜਿਹੜਾ ਤੁਸੀਂ ਸਾਰਾ ਦੇਖਿਆ ਕਿ ਕਿਸਾਨ ਕਿਵੇਂ ਮਤਲਬ ਜਿਹੜੇ ਕਿਸਾਨ ਨੂੰ ਖਾਲਿਸਤਾਨੀ ਅੱਤਵਾਦੀ ਕਿਹਾ ਜਾ ਰਿਹਾ ਹੈ, ਤਰ੍ਹਾਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼, ਉਹ ਕੇਸਰੀ ਝੰਡਾ ਚੜਾਉਂਦੇ ਨੇ। ਇਹ ਪਵਿੱਤਰ ਰੰਗ ਜਿਹੜੇ ਤੁਸੀਂ ਗੱਲ ਕੀਤੀ ਹੈ, ਕੋਈ ਵੀ ਚੜਾਉਂਦੇ ਨੇ, ਚਲੋ ਸ਼ਰਾਰਤੀ ਅਨਸਰ ਨੇ, ਤੇ ਫਿਰ ਉਹਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਵੀ ਤਿਰੰਗੇ ਦੀ ਇੱਕ ਬਿਲਕੁਲ ਐਂਗਲ ਤੋਂ ਸਹੀ ਫੋਟੋ ਖਿੱਚ ਕੇ ਇਹ ਲੱਗੇ ਵੀ ਤਿਰੰਗੇ ਨਾਲ ਛੇੜਛਾੜ ਹੋ ਰਹੀ ਹੈ, ਜਦੋਂ ਕਿ ਤਿਰੰਗਾ ਉੱਪਰ ਚੱਲ ਰਿਹਾ ਤੇ ਉਹ ਹੇਠਾਂ ਖਾਲੀ ਪਾਈਪ ਤੇ ਚੜਾਇਆ ਜਾ ਰਿਹਾ ਹੈ। ਅਸੀਂ ਉਸ ਮੁੱਦੇ ਤੇ ਨਹੀਂ ਜਾਂਦੇ। ਜਾਓ ਨਾ। ਹਾਂ ਤਾਂ ਫਿਰ ਬਤਾਓ, ਉਹ ਪਹਿਲੇ ਉਹੀ ਦੱਸੋ ਉਹਨੂੰ ਐ ਕਿਉਂ ਖਿਲਵਾੜ ਕੀਤਾ ਗਿਆ? ਤੁਸੀਂ ਇਤਨਾ ਚੰਗਾ ਪ੍ਰਸ਼ਨ ਕੀਤਾ ਵੀਰ। ਅੰਗਰੇਜ਼ ਤਾਂ ਚਲੇ ਗਏ, ਪਰ ਉਹ ਜਿਹੜੇ ਵਿਚਾਰ ਹਨ ਨਾ, ਉਹ ਉਹਨਾਂ ਕੁਰਸੀਆਂ ਨਾਲ ਛੋੜ ਗਏ। ਤਿਰੰਗਾ ਮਹਿਫੂਜ਼ ਸੀ ਨਾ, ਤੁਸੀਂ ਮੰਨਦੇ ਹੋ ਉਸ ਦਿਨ? ਫਿਰ ਮੇਰੀ ਗੱਲ ਤਾਂ ਸੁਣੋ, ਅੰਗਰੇਜ਼ ਤਾਂ ਚਲੇ ਗਏ ਛੱਡ ਕੇ, ਲੇਕਿਨ ਅੰਗਰੇਜ਼ਾਂ ਦੀ ਜਿਹੜੀ ਹੁਕੂਮਤ ਦਾ ਵਿਚਾਰ ਸੀ ਨਾ, ਤੁਹਾਨੂੰ ਦਬਾਉਣ ਵਾਲਾ, ਉਹ ਕੁਰਸੀਆਂ ਦੇ ਨਾਲ ਛੋੜ ਗਏ। ਤਾਂ ਅਸੀਂ ਜਿਹੜੇ ਬੰਦਾ ਨੂੰ ਕੁਰਸੀਆਂ ਤੇ ਬਿਠਾਉਂਦੇ ਆ, ਉਹ ਉਹਨਾਂ ਤੇ ਹਾਵੀ ਹੋ ਜਾਂਦਾ। ਠੀਕ ਹੈ, ਹੁਣ ਸਾਨੂੰ ਕੀ ਕਰਨਾ ਹੈ? ਅਸੀਂ ਇੱਕ ਵਧੀਆ ਟ੍ਰੇਨਿੰਗ ਪ੍ਰੋਗਰਾਮ ਚਲਾਈ ਹੈ, ਉਹ ਮੈਂ ਅੱਜ ਇਹ ਵਿਚਾਰ ਲੈ ਕੇ ਆਇਆ। ਮੈਂ ਕਾਫੀ ਦਿਨਾਂ ਤੋਂ ਸੋਚ ਉਹ ਲੋਕ ਪਹੁੰਚੇ ਕਿਉਂ? ਸਰਕਾਰ ਦੀ ਮਰਜ਼ੀ ਤੋਂ ਬਿਨਾਂ ਉੱਥੇ ਕਿਵੇਂ ਪਹੁੰਚ ਸਕਦੇ ਨੇ? ਜੇ ਉਹਨਾਂ ਨੇ ਉਹ ਸ਼ਰਾਰਤ ਕੀਤੀ ਤਾਂ ਉਹ ਪਹੁੰਚ ਕਿਵੇਂ ਗਏ? ਦੇਖੋ, ਅਤੀਤ ਜਿਹੜਾ ਹੈ ਸਿਰਫ ਸਿੱਖਣ ਕਰਕੇ ਹੁੰਦਾ ਹੈ। ਮਾਨਵ ਸਭਿਅਤਾ ਦੇ ਮਾਰੇ ਇਤਿਹਾਸ ਲਿਖਿਆ ਜਾਂਦਾ। ਅਸੀਂ ਉਹਨਾਂ ਗਲਤੀਆਂ ਨੂੰ ਸੁਧਾਰ ਸਕਦੇ ਹਾਂ। ਉਹ ਚੀਜ਼ਾਂ ਹੁਣ ਵਾਪਸ ਰਿਪੀਟ ਨਹੀਂ ਹੋ ਸਕਦੀਆਂ। ਹੁਣ ਅਸੀਂ ਅੱਗੇ ਚੱਲਣਾ। ਅੱਗੇ ਕੀ ਚੱਲਣਾ ਹੈ? ਦੇਖੋ, ਇਹ ਹੁਣ ਅਹੰਕਾਰ ਦੀ ਲੜਾਈ ਨਹੀਂ ਬਣਾਉਣੀ। ਮੇਰਾ ਕਹਿਣਾ ਇਹ ਹੈ, ਮੇਰਾ ਸਵਾਲ ਉਹੀ ਸੀਗਾ ਕਿ ਤੁਸੀਂ ਸ਼ੁਰੂ ਤੋਂ ਦੇਖਦੇ ਆ ਰਹੇ ਹੋ, ਸੜਕਾਂ ਦੇ ਉੱਤੇ ਅੰਨਦਾਤਾ ਬੈਠਾ ਰੋ ਰਿਹਾ ਹੈ। ਜੇ ਉਹਨੇ ਕੇਸਰੀ ਮਤਲਬ ਪੱਗ ਬੰਨ੍ਹ ਲਈ ਜਾਂ ਨੀਲੀ ਪੱਗ ਬੰਨ੍ਹ ਲਈ ਜਾਂ ਕੋਈ ਮਤਲਬ ਇਸਲਾਮੀ ਹੈ ਹੋਰ ਹੈ, ਉਹਨੂੰ ਧਰਮ ਦੇ ਆਧਾਰ ਤੇ ਬਦਨਾਮ ਕਰਨ ਦੀ ਕੋਸ਼ਿਸ਼, ਵੰਡਣ ਦੀ ਕੋਸ਼ਿਸ਼ ਕੀਤੀ, ਜਿੱਦਾਂ ਇੱਥੇ ਵੀ ਹੋਇਆ, ਗਾਜੀਪੁਰ ਮੋਰਚੇ 'ਚ ਵੀ ਹੋਇਆ, ਟਕੈਤ ਸਾਹਿਬ ਨੇ ਜਿੱਦਾਂ ਸਾਰਾ ਕੁਝ ਹੋਇਆ ਨਾ, ਤੁਹਾਨੂੰ ਪਤਾ ਸਾਰਾ ਘਟਨਾਕ੍ਰਮ। ਤਾਂ ਉਹਦੇ ਵਿੱਚ ਅੰਨਦਾਤਾ ਕੀ ਕਰੇ, ਕਿਸਾਨ ਕੀ ਕਰੇ? ਸੁਣ ਫੇਰ ਵੀ ਨਹੀਂ ਕੋਈ ਰਿਹਾ। ਕਿੱਲਾਂ ਗੱਡੀਆਂ ਜਾ ਰਹੀਆਂ ਨੇ, ਉਹ ਅੱਗੇ ਜਾਣ ਦੀ ਕੋਈ ਪ੍ਰੋਗਰਾਮ ਹੀ ਹੈ ਨਹੀਂ, ਤਾਂ ਕਿੱਲਾਂ ਕੱਢਣ ਦਾ ਕੀ ਤੁੱਕ? ਠੀਕ ਹੈ ਨਾ, ਬੀਜਣ ਵਾਲੇ ਲੋਕਾਂ ਮੂਹਰੇ ਕਿੱਲਾਂ ਬੀਜੀਆਂ ਜਾ ਰਹੀਆਂ। ਵੀਰ ਇਹੀ ਤਾਂ ਕਹਿ ਰਿਹਾ ਮੈਂ। ਦੇਖੋ, ਉਹ ਸਾਡੇ ਚੁਣੇ ਹੋਏ ਬੰਦੇ ਵੀ ਨਹੀਂ ਮੰਨ ਰਹੇ, ਕਿਸਾਨ ਵੀ ਨਹੀਂ ਮੰਨ ਰਹੇ। ਤਾਂ ਹੁਣ ਇਸ ਟਾਈਮ ਜਿਹੜਾ ਕਿਸਾਨਾਂ ਨੇ ਤਾਂ ਵੱਧ ਕੁਝ ਮੰਗਿਆ ਹੀ ਨਹੀਂ ਜੀ, ਉਹ ਤਾਂ ਜਿਹੜੀ ਮੰਗ ਉੱਥੋਂ ਲੈ ਕੇ ਚੱਲੇ ਨੇ। ਸੁਣੋ, ਹੁਣ ਸਾਰਾ ਤੋਂ ਵੱਡਾ ਕੰਮ ਹੈ ਸਾਧੂਆਂ ਦਾ। ਉਹ ਚਾਹੇ ਹਿੰਦੂ ਹੋਵੇ, ਮੁਸਲਿਮ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਜਿਹੜੇ ਸਪਿਰਿਚੁਅਲ ਲੀਡਰ ਨੇ, ਉਹ ਇੱਥੇ ਸ਼ੁਚਿਤਾ ਸੰਸਕਾਰ ਸੁਦਰਸ਼ਨ ਮਹਾਯੱਗ ਕਰਨ, ਉਹ ਪ੍ਰਕਿਰਤੀ ਨੂੰ ਪ੍ਰਾਰਥਨਾ ਕਰਨ ਕਿ ਸਾਡਾ ਅਹੰਕਾਰ ਸੇਵਾ 'ਚ ਬਦਲੇ। ਇਹ ਤਾਂ ਇਹ ਜਿਹਾ ਸੋਹਣਾ ਰਸਤਾ ਨਿਕਲੇ ਕਿ ਭਾਰਤ ਦੇ ਅੰਦਰ ਸੱਚਾ ਲੋਕਤੰਤਰ ਸਥਾਪਿਤ ਹੋਵੇ। ਕਿਸਾਨ ਭਵਨ 'ਚ ਵੀ ਹੋ ਜਾਣਾ ਚਾਹੀਦਾ ਵੈਸੇ, ਕਿਉਂਕਿ ਗੱਲਬਾਤ ਤਾਂ ਉੱਥੇ ਹੀ ਹੁੰਦੀ ਨਾ। ਕਿਸਾਨ ਭਵਨ 'ਚ ਵੀ ਇੱਕ ਜੱਗ ਹੋ ਜਾਣਾ ਚਾਹੀਦਾ ਇਹੋ ਜਿਹਾ। ਦੇਖੋ ਵੀਰ, ਇਹ ਗੱਲ ਸਮਝਣੀ ਪਏਗੀ। ਸਾਡੇ ਚੁਣੇ ਹੋਏ ਬੰਦੇ, ਹੁਣ ਤੁਸੀਂ ਸਾਫ਼ ਗੱਲ ਮੈਨੂੰ ਕਹਿਲਾਉਣ ਚਾਹੁੰਦੇ ਹੋ ਤਾਂ ਸੁਣੋ। ਅਗਰ ਮੈਂ ਚੰਗਾ ਬੰਦਾ ਤਾਂ ਮੇਰੇ ਜੇ ਲੱਖੋਂ ਬੰਦਾ ਦਾ ਪ੍ਰਤੀਨਿਧੀ ਮੇਰੇ ਤੋਂ ਲੱਖੋਂ ਗੁਣਾ ਚੰਗਾ ਬੰਦਾ ਹੋਣਾ ਚਾਹੀਦਾ। ਔਰ ਅਗਰ ਮੈਂ ਬੁਰਾ ਬੰਦਾ ਹਾਂ ਤਾਂ ਮੇਰੇ ਜੇ ਲੱਖੋਂ ਬੁਰੇ ਬੰਦਾ ਦਾ ਪ੍ਰਤੀਨਿਧੀ ਫਿਰ ਕਿਸ ਤਰ੍ਹਾਂ ਹੋਣਾ ਚਾਹੀਦਾ? ਦੱਸੋ, ਸੁਧਾਰ ਕਿੱਥੋਂ ਹੋਏਗਾ? ਬੀਜ ਤੋਂ ਸ਼ੁਰੂਆਤ ਹੋਏਗੀ ਨਾ, ਤਾਂ ਹੀ ਤਾਂ ਪੇੜ ਉਹ ਬਦਲੇਗਾ। ਤੁਸੀਂ ਪੇੜ ਨੂੰ ਵਿੱਚੋਂ ਬਦਲ ਸਕਦੇ ਹੋ? ਨਹੀਂ ਬਦਲ ਸਕਦੇ। ਅੱਛਾ, ਬੀਜ ਨੂੰ ਪੇੜ ਬਣਾਉਣਾ ਬੜਾ ਔਖਾ, ਪੇੜ ਨੂੰ ਨਸ਼ਟ ਕਰਨਾ 'ਚ ਕਿੰਨਾ ਟਾਈਮ ਲੱਗਣਾ ਹੈ? ਦੇਖੋ, ਇਹ ਲੋਕਤੰਤਰ ਇੱਕ ਦਿਨ 'ਚ ਨਹੀਂ ਬਣ ਗਿਆ। 1947 ਚੋਂ ਲੈ ਕੇ 2001 'ਚ ਖੜਿਆ ਹੈ। ਪਰ ਤੁਹਾਨੂੰ ਲੱਗਦਾ ਵੀ ਇਹ ਲੋਕਤੰਤਰ ਹੈ? ਲੋਕ ਸੜਕਾਂ 'ਤੇ ਬੈਠੇ ਹੋਏ ਨੇ ਤੇ ਉਧਰ ਕੰਨਾਂ 'ਚ ਰੂੰ ਪਾਈ ਹੀ ਹੈ। ਇਹ ਦੇਖੋ, ਹਰ ਸ਼ਾਸਨ ਦਾ,
ਹਰ ਸ਼ਾਸਨ ਦਾ ਹਿਸਾਬ ਤੁਸੀਂ ਵੇਖ ਲਓ, ਪਿੱਛੇ ਚੱਲੋ ਤਾਂ ਉਹਨਾਂ ਕੋਲ ਸਿੱਖਣ ਦੀ ਗੱਲ ਹੈ। ਸਾਰਿਆਂ ਨੇ ਇਹੀ ਕੀਤਾ। ਮੈਂ ਤੁਹਾਨੂੰ ਕਹਿ ਰਿਹਾ ਕਿ ਅੰਗਰੇਜ਼ ਆਪਣੇ ਵਿਚਾਰ ਉਹਨਾਂ ਕੁਰਸੀਆਂ ਨਾਲ ਚਿਪਕਾ ਕੇ ਰੱਖ ਗਏ। ਅਗਰ ਇਹ ਜਿਹੜੇ ਸੈਨਿਕ ਨੇ, ਇਹ ਸਾਡੀ ਪੁਲਿਸ ਹੈ, ਠੀਕ ਹੈ, ਇਹ ਜਿਹੜੇ ਇਹ ਕਿਲ ਲਾ ਰਹੀ ਹੈ, ਕੰਕਰੀਟ ਬਣਾ ਰਹੀ ਹੈ, ਬੈਰੀਕੇਡ ਲਾ ਰਹੀ ਹੈ ਔਰ ਅੰਤਰਰਾਸ਼ਟਰੀ ਬਾਉਂਡਰੀ ਸੀਲ ਕਰ ਰਹੀ ਹੈ। ਸਾਡੀ ਦਿੱਲੀ ਦੇ ਆਸ-ਪਾਸ ਅੰਤਰਰਾਸ਼ਟਰੀ ਬਾਉਂਡਰੀ ਸੀਲ ਕਰ ਰਹੀ ਹੈ, ਠੀਕ ਹੈ, ਉਹ ਸਾਨੂੰ ਕੁਝ ਵੀ ਮੰਨ ਰਹੇ ਹਨ। ਪਰ ਮੇਰਾ ਕਹਿਣਾ ਇਹ ਹੈ ਕਿ ਅਗਰ ਅਸੀਂ ਸਾਡਾ ਜਿਹੜਾ ਸ਼ੌर्य, ਪਰਾਕਰਮ, ਵੀਰਤਾ, ਸਾਹਸ ਨਾਲ ਸੇਵਾ ਹੈ, ਉਸ ਝੰਡੇ ਨੂੰ ਬਹੁਤ ਵੱਡਾ ਕਰ ਦਈਏ ਤਾਂ ਉਹਨਾਂ ਦਾ ਕੀ ਹਾਸਰ ਹੋਏਗਾ। ਦੇਖੋ ਅੰਗਰੇਜ਼ ਕੀ ਕਰਦੇ ਸੀ, ਇਹ ਸਾਡੇ ਖਿਲਾਫ ਇਹਨਾਂ ਨੂੰ ਖੜਾ ਕਰਦੇ ਸੀ, ਸਾਨੂੰ ਦਬਾਣ ਕਰਕੇ। ਹੁਣ ਅਸੀਂ ਕਿਹੜੇ ਦੇਸ਼ 'ਚ ਰਹਿ ਰਹੇ ਹਾਂ? ਲੋਕਤੰਤਰ 'ਚ। ਤਾਂ ਇਹ ਸਾਡੇ ਸਮਾਰਟ ਪੁਲਿਸ ਹੋਣੀ ਚਾਹੀਦੀ, ਸਾਡੀ ਸੇਵਾ 'ਚ ਹੋਣੀ ਚਾਹੀਦੀ ਕਿ ਸਾਨੂੰ ਦਬਾਣੇ 'ਚ ਹੋਣੀ ਚਾਹੀਦੀ ਆ? ਦੱਸੋ, ਸੇਵਾ 'ਚ ਹੋਣੀ ਚਾਹੀਦੀ ਹੈ ਨਾ। ਤਾਂ ਸਾਨੂੰ ਕਿੰਨੀ ਪ੍ਰਸ਼ਿਕਸ਼ਣ ਦੀ ਜ਼ਰੂਰਤ ਹੈ? ਅਸੀਂ ਤਾਂ ਪੁਲਿਸ ਨੂੰ ਪ੍ਰਸ਼ਿਕਸ਼ਿਤ ਕਰਦੇ ਆ, ਇਹਨਾਂ ਨੂੰ ਕਹਿੰਦੇ ਆ ਤੁਸੀਂ ਭਾਰਤੀ ਸੰਵਿਧਾਨ ਪੜ੍ਹੋ, ਨਾਲ ਤੁਸੀਂ ਜਿਹੜਾ ਇੱਕ ਫਾਰਮ ਭਰਦੇ ਹੋ IPS, ਇਹ ਛੋਟੇ ਕਾਂਸਟੇਬਲ, SHO, DSP ਤੱਕ ਦੀ ਗੱਲ ਨਹੀਂ ਕਰਦਾ ਮੈਂ, ਲੇਕਿਨ IAS IPS ਦੀ ਗੱਲ ਕਰਦਾ। ਇਹਨਾਂ ਦਾ ਇੱਕ ਫਾਰਮ ਭਰਾਇਆ ਜਾਂਦਾ ਹੈ ਕਿ ਤੁਸੀਂ ਵੀਕਰ ਸੈਕਸ਼ਨ ਮਾਰੇ ਸਪੋਰਟ ਕਰੋਗੇ, ਕਮਜ਼ੋਰ ਦੇ ਨਾਲ ਤੁਸੀਂ ਖੜੇ ਰਹੋਗੇ, ਕਿਉਂਕਿ ਤੁਸੀਂ ਸ਼ਕਤੀ ਕੇਂਦਰ ਹੋ। ਤੁਸੀਂ ਉਹਨਾਂ ਨੂੰ ਮਦਦ ਕਰੋਗੇ ਜਿਹਨੂੰ ਤੁਹਾਡੀ ਜ਼ਰੂਰਤ ਹੈਗੀ। ਉਹ ਕਰ ਰਹੇ ਕਿਉਂ ਨਹੀਂ ਕਰ ਰਹੇ? ਕਿਉਂਕਿ ਸਾਡੇ ਸਿਸਟਮ ਦੇ ਜਦੋਂ ਅੰਦਰ ਸੱਤਾ ਤੋਂ ਇਸ਼ਾਰਾ ਆਊਗਾ ਫੇਰ ਹੀ ਕਰਨਗੇ ਨਾ। ਉਹ ਸੱਤਾ ਦੇ ਇਸ਼ਾਰੇ ਦੇ ਪਾਬੰਦ ਵੀ ਨੇ। ਦੇਖੋ ਇਹ ਤਾਂ ਸੰਵਿਧਾਨ ਨੂੰ ਸਮਝਣ ਦੀ ਗੱਲ ਹੈ। ਕਾਰਜਪਾਲਿਕਾ ਤੁਹਾਡੇ ਸਾਡੇ ਵੋਟ ਨਾਲ ਚੁਣੇ ਹੋਏ ਆਪਣੇ ਤੌਰ ਤੇ ਕੁਝ ਨਹੀਂ ਕਰ ਸਕਦੇ ਨਾ। ਇੱਕ ਪੁਲਿਸ ਦਾ ਇੱਕ ਕਰਮਚਾਰੀ ਇੱਥੇ ਗੱਲ ਕੰਟੈਂਟ ਸੁਣੋਗੇ ਤਾਂ ਤੁਹਾਨੂੰ ਸਮਝ ਆਏਗਾ ਨਾ। ਕਾਰਜਪਾਲਿਕਾ ਤੁਹਾਡੇ ਸਾਡੇ ਵੋਟ ਨਾਲ ਚੁਣੇ ਹੋਏ ਸਰਕਾਰ ਬਣਾਉਂਦੇ, ਵਿਵਸਥਾਪਿਕਾ ਉਹਨੂੰ ਐਗਜ਼ੀਕਿਊਟ ਕਰਦੀ ਹੈ। ਇਹ IAS IPS ਉਸ ਤੋਂ ਬਾਹਰ ਨਹੀਂ ਨਿਕਲ ਸਕਦੇ। ਪਰ ਇਹਨਾਂ ਨੂੰ ਦੋਨਾਂ ਨੂੰ ਕੰਟਰੋਲ ਕਰਦੀ ਸੀ ਨਿਆਂਪਾਲਿਕਾ। ਪਰ ਨਿਆਂਪਾਲਿਕਾ ਵੀ ਹੁਣ ਕਾਲਜੀਅਨ ਦੇ ਅੰਦਰ ਇਸ ਤਰ੍ਹਾਂ ਦੇ ਬੰਦੇ ਘੁਸ ਗਏ ਜੋ ਉਹਨਾਂ ਦੇ ਹਿਸਾਬ ਨਾਲ ਚੱਲ ਰਹੇ ਨੇ। ਇਹ ਤਾਂ ਪਰੇਸ਼ਾਨੀ ਆ ਰਹੀ ਵੀਰ, ਸੰਵਿਧਾਨ ਦਾ ਸੰਕਟ ਹੋ ਗਿਆ। ਸੁਪਰੀਮ ਕੋਰਟ ਦੇ ਸਾਬਕਾ ਜੱਜ ਰਾਜ ਸਭਾ ਮੈਂਬਰ, ਸਾਬਕਾ ਜਿਹੜੇ ਚੀਫ ਜਸਟਿਸ ਰਾਜ ਸਭਾ ਮੈਂਬਰ ਬਣ ਜਾਂਦੇ ਨੇ, ਫਿਰ ਸਾਨੂੰ ਨਿਆਂ ਤੇ ਉਮੀਦ ਕਿੱਥੇ ਰਹੂਗੀ? ਇਸ ਵਿੱਚ ਮੈਂ ਸਭ ਕੁਝ ਕਹਿ ਚੁੱਕਾ, ਪਹਿਲੇ ਖੁੱਲਾ ਬੋਲ ਚੁੱਕਾ। ਪਰ ਹੁਣ ਮੈਂ ਇੱਕ ਨਵਾਂ ਪ੍ਰਪੋਜ਼ਲ ਲੈ ਕੇ ਆਇਆ। ਇਹ ਤੁਹਾਡੇ ਦਰਸ਼ਕਾਂ ਨੂੰ, ਡੇਲੀ ਪੋਸਟ ਦੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਅਗਰ ਸ਼ੁਚਿਤਾ ਸੰਸਕਾਰ ਸੁਦਰਸ਼ਨ ਮਹਾਯੱਗ ਹੋਵੇ ਹਰ ਇਲਾਕੇ 'ਚ, ਔਰ ਹਰ ਇਲਾਕੇ ਜੋ ਤੇ ਸਪਿਰਿਚੁਅਲ ਲੀਡਰ ਬੈਠੇ ਨੇ ਸਾਰੇ ਮਿਲ ਕੇ ਪ੍ਰਾਰਥਨਾ ਕरें ਕਿ ਹਾਂ ਇਸ ਤਰ੍ਹਾਂ ਦੀ ਪ੍ਰਾਰਥਨਾ ਹੈ ਜਿਵੇਂ ਪਾਸਟਰ ਬੈਠਿਆ, ਉਹਦੀ ਪ੍ਰਾਰਥਨਾ ਕੀ ਹੈ? ਆਵਰ ਫਾਦਰ ਇਨ ਹੈਵਨ, ਹਾਲੀ ਬੀ ਯੋਰ ਨੇਮ, ਯੋਰ ਕਿੰਗਡਮ ਕਮ, ਯੋਰ ਵਿਲ ਬੀ ਡਨ। ਉਹ ਪ੍ਰੇਅਰ ਕਰਦਾ ਹੈ। ਉਹ ਕਹਿੰਦਾ ਹੈ ਜੋ ਮੰਨਦਾ ਹੈ ਆਪਣੀ ਸ਼ਕਤੀ ਨੂੰ ਕਿ ਤੂੰ ਸਾਨੂੰ ਕਿਰਪਾ ਕਰ, ਸਾਡੇ ਕਿਸਾਨਾਂ ਦਾ ਭਲਾ ਹੋ ਸਕੇ, ਨਾਲ ਸਰਕਾਰ ਉਸ ਆਪਣਾ ਅਹੰਕਾਰ ਨੂੰ ਸੇਵਾ 'ਚ ਬਦਲ ਸਕੇ। ਉਹ ਪ੍ਰਾਰਥਨਾ ਕਰ ਰਿਹਾ। ਫਿਰ ਉਹ ਦੂਜਾ ਪ੍ਰਾਰਥਨਾ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹੇ ਗੁਰੂ ਮਹਾਰਾਜ ਕੋਈ ਭੁੱਖਾ ਨਾ ਰਹੇ ਧਰਤੀ 'ਚ। ਐ ਤੁਸੀਂ ਕਿਰਪਾ ਕਰੋ, ਸਾਡੇ ਕਿਸਾਨ ਦੀ ਸ਼ਕਤੀ ਵਧਾਓ, ਨਾਲ ਅਹੰਕਾਰ ਨੂੰ ਸੇਵਾ 'ਚ ਬਦਲੋ। ਇਹ ਉਹ ਪ੍ਰਾਰਥਨਾ ਕਰਦਾ। ਫਿਰ ਉਹ ਤੀਜਾ ਆਉਂਦਾ ਹੈ, ਅੱਲਾਹੋ ਅਕਬਰ ਅੱਲਾ, ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਅੱਲਾ। ਉਹ ਸ਼ੇਰ ਕਾਜੀ ਕਹਿੰਦਾ ਹੈ, ਹੇ ਖੁਦਾ ਸਾਨੂੰ ਇਹ ਰਹਿਮਤ ਬਖਸ਼, ਅਮਨ ਚੈਨ ਸੁਖ ਸ਼ਾਂਤੀ ਆਵੇ, ਸਾਡਾ ਕਿਸਾਨ ਮਜ਼ਬੂਤ ਹੋਵੇ। ਫਿਰ ਚੌਥਾ ਆਉਂਦਾ ਹੈ, ਸ਼੍ਰੀ ਰਾਮ ਜੈ ਜੈ ਰਾਮ, ਕਿ ਰਾਮ ਰਾਜ ਆਵੇ, ਜਿੱਥੇ ਇਨਸਾਨ ਹੀ ਨਹੀਂ ਪਸ਼ੂ ਪਕਸ਼ੀ ਵੀ ਸਾਡੇ ਨਾਲ ਮਿਲ ਕੇ ਇਹ ਕਾਇਨਾਤ ਨੂੰ ਖੂਬਸੂਰਤ ਬਣਾਵੇਨ। ਇਹ ਸਾਰੇ ਮਿਲ ਕੇ ਪ੍ਰਾਰਥਨਾ ਕਰੇ। ਨਾ ਕੀ ਹੋਵੇ? ਸ਼ੁਚਿਤਾ ਸੰਸਕਾਰ ਸੁਦਰਸ਼ਨ ਮਹਾਯੱਗ। ਨਾ ਕੀ ਰੱਖਿਆ? ਸ਼ੁਚਿਤਾ, ਪਵਿੱਤਰਤਾ ਵਿਚਾਰਾਂ ਦੀ। ਦੇਖੋ ਵਿਚਾਰ ਤੋਂ ਠੋਸ ਵਸਤੂ ਬ੍ਰਹਮਾਂਡ ਵਿੱਚ ਨਹੀਂ ਹੈ। ਵਿਚਾਰ ਪਵਿੱਤਰ ਹੋਏਗਾ ਤਾਂ ਇਹ ਤਾਂ ਸਰੀਰ ਸੇਵਕ ਹੈ ਉਹਦਾ। ਵਿਚਾਰਾਂ ਦੀ ਲੜਾਈ ਹੈ ਵੀਰਾ। ਇਹ ਠੀਕ ਹੋ ਗਿਆ ਸਭ ਕੁਝ ਠੀਕ ਹੋ ਜਾਏਗਾ। ਦੇਖੋ ਇਹ ਕੋਈ ਕਿਸਾਨਾਂ ਦੀ ਲੜਾਈ ਨਹੀਂ ਹੈ, ਇਹ ਕੋਈ ਸਰਕਾਰ ਦੀ ਲੜਾਈ ਨਹੀਂ ਹੈ। ਇਹ ਪ੍ਰਕਿਰਤੀ ਚਾਹੁੰਦੀ ਕਿ ਹੁਣ ਵਿਚਾਰ ਸ਼ੁੱਧ ਹੋਣ ਭਾਰਤ ਦੀ ਧਰਤੀ ਤੋਂ, ਕਿ ਦੁਨੀਆ 'ਚ ਖੁਸ਼ਹਾਲੀ ਆਵੇ। ਇਸ ਕਰਕੇ ਤੁਹਾਡਾ ਤਿਆਗ, ਤੁਹਾਡੀ ਤਪੱਸਿਆ, ਤੁਹਾਡਾ ਇਹ ਅੰਦੋਲਨ, ਤੁਹਾਡਾ ਇਹ ਬਲੀਦਾਨ, ਤੁਹਾਡੀ ਇਹ ਸ਼ਹਾਦਤ ਇਹ ਵਿਅਰਥ ਨਹੀਂ ਜਾਏਗੀ। ਇੱਕ ਨਵਾਂ ਸਮਾਜ ਬਣਾਏਗੀ, ਇਹ ਮੇਰਾ ਵਿਸ਼ਵਾਸ ਹੈਗਾ। ਸੋ ਇਹ ਸਨ ਸਵਾਮੀ ਹਰਸ਼ਾਨੰਦ ਜੀ, ਜਿਨ੍ਹਾਂ ਨੇ ਦੱਸਿਆ ਹੈ ਕਿ ਲਾਸਟ ਜੋ ਸੰਦੇਸ਼ ਦਿੱਤਾ ਹੈ ਕਿ ਜ਼ਰੂਰਤ ਹੈ ਇਸ ਵੇਲੇ ਇੱਕ ਸਰਵ ਧਰਮ ਇਸ ਤਰ੍ਹਾਂ ਦਾ ਮਹਾਯੱਗ ਕਰਵਾਉਣ ਦੀ, ਜੋ ਸੁੱਚਤਾ ਲੈ ਕੇ ਆਵੇ ਸਾਡੇ ਵਿਚਾਰਾਂ ਦੀ, ਸਾਡੇ ਸਮਾਜ ਦੇ ਵਿੱਚ। ਸ਼ਾਇਦ ਇਹਨਾਂ ਨੂੰ ਉਮੀਦ ਹੈ ਕਿ ਇਸ ਤਰ੍ਹਾਂ ਦਾ ਸਮਾਜ ਜਿਹੜਾ ਇਸ ਅੰਦੋਲਨ ਦੇ ਵਿੱਚੋਂ ਨਿਕਲੇਗਾ, ਜੋ ਸੰਪਰਦਾਇਕ ਬਲਗਣਾ ਦੇ ਵਿੱਚ ਨਹੀਂ ਫਸੇਗਾ, ਜਿਸ ਨੂੰ ਨੇਤਾ ਸਾਡੇ ਜਿਹੜੇ ਨੇ ਉਹ ਸੰਪਰਦਾਇਕ ਬਲਗਣਾ ਦੇ ਵਿੱਚ ਨਹੀਂ ਫਸਾ ਸਕਣਗੇ। ਔਰ ਇਸ ਤਰ੍ਹਾਂ ਦਾ ਇਹ ਉਮੀਦ ਵੀ ਕਰਦੇ ਨੇ, ਨਾਲ ਹੀ ਅਪੀਲ ਵੀ ਕਰਦੇ ਨੇ ਕਿ ਇਸ ਤਰ੍ਹਾਂ ਦਾ ਮਹਾਯੱਗ ਜਿਹੜਾ ਉਹ ਮੋਰਚਿਆਂ ਦੇ ਵਿੱਚ ਵੀ ਤੇ ਹਰ ਥਾਂ ਜਿਹੜਾ ਉਹ ਸ਼ੁਰੂ ਹੋਣਾ ਚਾਹੀਦਾ। ਇਸ ਦੇ ਨਾਲ ਮੋਰਚੇ 'ਚ ਬੈਠੇ ਲੋਕਾਂ ਦੀ ਵੀ ਭਲਾਈ ਹੋਊਗੀ ਤੇ ਇਸ ਵਿੱਚ ਜਿੱਤ ਵੀ ਮਿਲੇਗੀ ਤੇ ਸਭ ਦੇ ਵਿਚਾਰ ਵੀ ਸ਼ੁੱਧ ਹੋਣਗੇ। ਕੈਮਰਾਮੈਨ ਕਮਲ ਦੇ ਨਾਲ ਧਰਮਚੰਦਰ, ਡੇਲੀ ਪੋਸਟ ਪੰਜਾਬੀ, ਗਾਜੀਪੁਰ।